ਡੀਅਰ ਸਟੂਡੈਂਟਸ, ਹੁਣ ਆਪਾਂ ਕਹਾਣੀ ਸੰਸਾਰ ਦਾ 7ਵਾਂ ਪਾਠ ਆਪਣਾ ਆਪਣਾ ਹਿੱਸਾ। ਕਹਾਣੀਕਾਰ ਹਨ ਵਰਿਆਮ ਸਿੰਘ ਸੰਧੂ। ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ। ਪਾਠ ਹੈ ਜੀ ਆਪਣਾ ਆਪਣਾ ਹਿੱਸਾ। ਪਹਿਲਾ ਪ੍ਰਸ਼ਨ ਹੈ, ਮੱਝ ਦੀ ਧਾਰ ਕੱਢ ਰਹੇ ਕੁੱਦੂ ਨੂੰ ਬਚਨੋਂ ਕੀ ਮਸ਼ਵਰਾ ਦਿੰਦੀ ਹੈ? ਬਚਨੋਂ ਕੁੱਦੂ ਨੂੰ ਮਸ਼ਵਰਾ ਦਿੰਦੀ ਹੈ ਕਿ ਅੱਜ ਉਸ ਦੇ ਵੱਡੇ ਭਰਾ ਆ ਰਹੇ ਹਨ। ਉਹ ਉਹਨਾਂ ਨਾਲ ਬੈਠ ਕੇ ਸਾਰਾ ਹਿਸਾਬ ਕਿਤਾਬ ਨਿਬੇੜ ਲਏ, ਕਿਉਂਕਿ ਮਾਂ ਦਾ ਇਕੱਠ ਵੀ ਕਰਨਾ ਹੈ ਤੇ ਫੁੱਲ ਵੀ ਹਰਿਦੁਆਰ ਲੈ ਕੇ ਜਾਣੇ ਹਨ। ਇਹ ਸੀ ਪਹਿਲਾ ਪ੍ਰਸ਼ਨ। ਮੱਝ ਦੀ ਧਾਰ ਕੱਢ ਰਹੇ ਕੁੱਦੂ ਨੂੰ ਬਚਨੋਂ ਕੀ ਮਸ਼ਵਰਾ ਦਿੰਦੀ ਹੈ? ਸਵਰਨ ਸਿੰਘ ਕੀ ਕੰਮ ਕਰਦਾ ਹੈ ਤੇ ਉਸ ਦੀ ਆਰਥਿਕ ਹਾਲਤ ਕਿਹੋ ਜਿਹੀ ਸੀ? ਸਵਰਨ ਸਿੰਘ ਓਵਰਸੀਅਰ ਸੀ, ਭਾਵ ਇੱਕ ਸਰਕਾਰੀ ਮੁਲਾਜ਼ਮ ਸੀ, ਕਰਮਚਾਰੀ ਸੀ, ਤੇ ਉਸ ਦੀ ਰਸੂਖ ਵਾਲੇ, ਉਹਦੇ ਨਾਲ ਕੰਮ ਕਰਨ ਵਾਲੇ, ਉੱਠਣ ਬੈਠਣ ਵਾਲੇ ਲੋਕਾਂ ਵਿੱਚ ਹੀ ਉਹਦੀ ਬਹਿਣੀ ਉੱਠਣੀ ਸੀ। ਉਸਦੇ 2 ਮੁੰਡੇ ਵੀ ਚੰਗੀ ਨੌਕਰੀ 'ਤੇ ਲੱਗੇ ਹੋਏ ਸਨ। ਉਸ ਦੇ ਘਰ ਦੀ ਹਾਲਤ ਬਹੁਤ ਚੰਗੀ ਸੀ। ਉਹ ਸ਼ਹਿਰ ਵਿੱਚ ਕੋਠੀ ਵਿੱਚ ਰਹਿੰਦਾ ਸੀ। ਤੀਜਾ ਪ੍ਰਸ਼ਨ ਹੈ, ਕਰਮ ਸਿੰਘ ਦੀ ਪੜ੍ਹਾਈ ਲਿਖਾਈ ਕਿਵੇਂ ਹੋਈ ਸੀ ਤੇ ਉਸਨੇ ਆਪਣੇ ਘਰ ਲਹਿਰ ਬਹਿਰ ਕਿਵੇਂ ਕੀਤੀ? ਕਰਮ ਸਿੰਘ ਪੜ੍ਹਾਈ ਵੱਲੋਂ ਲਾਪਰਵਾਹ ਸੀ। ਉਹ ਸਕੂਲ ਜਾਣ ਦਾ ਕਹਿ ਕੇ ਘਰੋਂ ਤਾਂ ਚਲਾ ਜਾਂਦਾ, ਪਰ ਲੁੱਕ ਕੇ ਹਾਣੀਆਂ ਨਾਲ ਖਿੱਦੋ ਖੁੰਡੀ ਖੇਡਦਾ ਰਹਿੰਦਾ। ਜਦੋਂ ਛੁੱਟੀ ਹੁੰਦੀ ਤਾਂ ਬਸਤਾ ਚੁੱਕ ਕੇ ਘਰ ਆ ਵੜਦਾ। ਉਸਨੇ ਵਿੱਚੇ ਹੀ ਪੜ੍ਹਾਈ ਛੱਡ ਦਿੱਤੀ ਤੇ ਘਰ ਦੇ ਕੰਮਾਂ ਵਿੱਚ ਮਦਦ ਕਰਨ ਲੱਗ ਪਿਆ। ਬਾਅਦ ਵਿੱਚ ਉਹ ਸਮਗਲਿੰਗ ਦਾ ਮਾਲ ਢੋਣ ਲੱਗ ਪਿਆ। ਹੌਲੀ ਹੌਲੀ ਉਸਨੇ ਬਲੈਕ ਦਾ ਮਾਲ ਵਿੱਚ ਹਿੱਸਾ ਪੱਤੀ ਰੱਖਣੀ ਸ਼ੁਰੂ ਕਰ ਦਿੱਤੀ। ਉਸਨੇ ਡੇਅਰੀ ਤੇ ਮੁਰਗੀਖਾਨਾ ਵੀ ਖੋਲ੍ਹ ਲਿਆ। ਨਾਲ ਦੇ ਪਿੰਡ ਵਿੱਚ ਮਕਾਨ ਬਣਾ ਕੇ ਉਹ ਠਾਠ ਨਾਲ ਰਹਿੰਦਾ ਸੀ ਤੇ ਉਸਦਾ ਘਰ ਲਹਿਰਾਂ ਬਹਿਰਾਂ ਸਨ। ਕੁੱਦੂ ਨੂੰ ਆਪਣੇ ਭਰਾਵਾਂ ਪ੍ਰਤੀ ਕਿਹੜੀਆਂ ਕਿਹੜੀਆਂ ਗੱਲਾਂ ਕਰਕੇ ਖਿਝ ਸੀ? ਕੁੱਦੂ ਦੇ ਭਰਾ ਉਸ ਤੋਂ ਫਸਲ ਵਿੱਚੋਂ ਹਿੱਸਾ ਵੰਡਾ ਕੇ ਲੈ ਜਾਂਦੇ ਸਨ ਤੇ ਦੂਜਿਆਂ ਸਾਹਮਣੇ ਇਹ ਦਿਖਾਉਂਦੇ ਸਨ ਕਿ ਉਹਨਾਂ ਨੇ ਜ਼ਮੀਨ ਮੁਫ਼ਤ ਵਿੱਚ ਕੁੱਦੂ ਨੂੰ ਦੇ ਰੱਖੀ ਹੈ। ਇੱਥੋਂ ਬਸ ਨਹੀਂ, ਉਹਨਾਂ ਨੂੰ ਕੁੱਦੂ ਦੇ ਹਾਲਾਤਾਂ ਬਾਰੇ ਸਭ ਪਤਾ ਹੁੰਦਿਆਂ ਵੀ ਉਹ ਕੁੱਦੂ ਤੋਂ ਮਾਂ ਦੇ ਇਕੱਠ ਤੇ ਬਿਮਾਰੀ 'ਤੇ ਲੱਗੇ ਪੈਸਿਆਂ ਦਾ ਹਿਸਾਬ ਮੰਗਦੇ ਹਨ। ਇਹਨਾਂ ਗੱਲਾਂ ਕਰਕੇ ਹੀ ਕੁੱਦੂ ਆਪਣੇ ਭਰਾਵਾਂ 'ਤੇ ਖਿਝਦਾ ਹੈ। ਕਰਮ ਸਿੰਘ ਤੇ ਬਚਨੋਂ ਮਾਂ ਦਾ ਇਕੱਠ ਕਿਵੇਂ ਕਰਨਾ ਚਾਹੁੰਦੇ ਸਨ? ਪੰਜਵਾਂ ਪ੍ਰਸ਼ਨ ਹੈ, ਕਰਮ ਸਿੰਘ ਤੇ ਬਚਨੋਂ ਮਾਂ ਦਾ ਇਕੱਠ ਕਿਵੇਂ ਕਰਨਾ ਚਾਹੁੰਦੇ ਸਨ? ਉੱਤਰ, ਕਰਮ ਸਿੰਘ ਤੇ ਬਚਨੋਂ
ਮਾਂ ਦਾ ਇਕੱਠ ਗੱਜ ਵੱਜ ਕੇ ਕਰਨਾ ਚਾਹੁੰਦੇ ਸਨ ਤੇ ਸਾਰੇ ਰਿਸ਼ਤੇਦਾਰਾਂ ਨੂੰ ਸੱਦਣਾ ਚਾਹੁੰਦੇ ਸਨ। 6ਵਾਂ ਪ੍ਰਸ਼ਨ ਹੈ ਜੀ, ਕੁੱਦੂ ਗੁੱਸੇ ਵਿੱਚ ਤੰਗ ਆ ਕੇ ਫੁੱਲ ਪਾਉਣ ਬਾਰੇ ਕੀ ਫੈਸਲਾ ਸੁਣਾਉਂਦਾ ਹੈ? ਕੁੱਦੂ ਗੁੱਸੇ ਵਿੱਚ ਤੰਗ ਆ ਕੇ ਕਹਿੰਦਾ ਹੈ ਕਿ ਬੁੱਢੜੀ ਦੇ ਫੁੱਲ ਤੁਸੀਂ ਪਾ ਆਓ ਤੇ ਬੁੱਢੜੇ ਦੇ ਫੁੱਲ ਉਹ ਆਪੇ ਪਾ ਆਵੇਗਾ। ਹੁਣ ਉਹਦਾ ਹੱਥ ਤੰਗ ਹੈ। ਫਿਰ ਉਹ ਕਹਿੰਦਾ ਹੈ ਕਿ ਜੇ ਉਹਨਾਂ ਨੂੰ ਇਹ ਵੀ ਮਨਜ਼ੂਰ ਨਹੀਂ ਤਾਂ ਉਸਦੇ ਤੀਜੇ ਹਿੱਸੇ ਦੇ ਫੁੱਲ ਕਿੱਲੀ 'ਤੇ ਟੰਗ ਦੇਣ। ਜਿਸ ਦਿਨ ਉਸਦਾ ਸਰਦਾ ਹੋਏਗਾ ਉਹ ਆਪ ਪਾ ਆਵੇਗਾ। ਇਹ ਸੀ 6ਵਾਂ ਪ੍ਰਸ਼ਨ। 7ਵਾਂ ਪ੍ਰਸ਼ਨ ਹੈ, ਆਪਣਾ ਆਪਣਾ ਹਿੱਸਾ ਕਹਾਣੀ ਰਾਹੀਂ ਕਹਾਣੀਕਾਰ ਸਾਨੂੰ ਕੀ ਸੁਨੇਹਾ ਦੇਣਾ ਚਾਹੁੰਦਾ ਹੈ ਜਾਂ ਸਾਨੂੰ ਕਹਾਣੀ ਕੀ ਸੁਨੇਹਾ ਦਿੰਦੀ ਹੈ? ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਅੱਜ ਕੱਲ੍ਹ ਪੈਸੇ ਅੱਗੇ ਸਭ ਰਿਸ਼ਤੇ ਫਿੱਕੇ ਪੈ ਗਏ ਹਨ। ਕੋਈ ਭੈਣ ਭਰਾ ਮਾਂ ਪਿਓ ਦੀ ਕਦਰ ਨਹੀਂ ਕਰਦਾ। ਮਨੁੱਖ ਰਿਸ਼ਤਿਆਂ ਨੂੰ ਪੈਸਿਆਂ ਨਾਲ ਤੋਲਦਾ ਹੈ। ਜਿਸ ਕੋਲ ਪੈਸੇ ਹੁੰਦੇ ਹਨ ਸਭ ਉਸ ਦੀ ਕਦਰ ਕਰਦੇ ਹਨ। ਮਨੁੱਖ ਨੂੰ ਪੈਸੇ ਦੀ ਨਹੀਂ, ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ। ਇਹ ਸੀ 7ਵਾਂ। 8ਵਾਂ ਪ੍ਰਸ਼ਨ ਹੈ, ਕੁੱਦੂ ਦਾ ਚਰਿੱਤਰ ਚਿਤਰਣ ਕਰੋ। ਕੁੱਦੂ ਆਪਣਾ ਆਪਣਾ ਹਿੱਸਾ ਕਹਾਣੀ ਦਾ ਮੁੱਖ ਪਾਤਰ ਹੈ। ਉਹ ਬਿਸ਼ਨ ਸਿੰਘ ਦੇ ਚਾਰੇ ਜਵਾਕਾਂ ਵਿੱਚੋਂ ਸਭ ਤੋਂ ਛੋਟਾ ਹੈ। ਉਹ ਪੜ੍ਹਾਈ ਵਿੱਚ ਹੀ ਛੱਡ ਕੇ ਘਰ ਦੇ ਕੰਮਾਂ ਵਿੱਚ ਲੱਗ ਜਾਂਦਾ ਸੀ। ਇਸ ਕਹਾਣੀ ਵਿੱਚ ਉਸ ਦੇ ਸੁਭਾਅ ਹੇਠ ਲਿਖੇ ਸਾਹਮਣੇ ਗੁਣ ਆਉਂਦੇ ਹਨ। ਪਹਿਲਾ ਹੈ ਤਾਕਤਵਰ, ਦੂਜਾ ਹੈ ਗੁੱਸੇਖੋਰ, ਤੀਜਾ ਹੈ ਮਾਂ ਨਾਲ ਮੋਹ, ਤੀਜਾ ਹੈ ਗਰੀਬ ਕਿਸਾਨ, ਚੌਥਾ ਹੈ ਮਾਂ ਨਾਲ ਮੋਹ ਤੇ ਪੰਜਵਾਂ ਹੈ ਅੱਕਿਆ। 9ਵਾਂ ਪ੍ਰਸ਼ਨ ਹੈ, ਸਵਰਨ ਸਿੰਘ ਦਾ ਪਾਤਰ ਚਿਤਰਣ ਕਰੋ ਜੀ। ਸਵਰਨ ਸਿੰਘ ਆਪਣਾ ਆਪਣਾ ਹਿੱਸਾ ਕਹਾਣੀ ਦਾ ਪਾਤਰ ਹੈ। ਉਹ ਬਿਸ਼ਨ ਸਿੰਘ ਦਾ ਮੁੰਡਾ ਹੈ ਤੇ ਕੁੱਦੂ ਦਾ ਵੱਡਾ ਭਰਾ ਹੈ। ਇਸ ਕਹਾਣੀ ਵਿੱਚ ਉਸ ਦੇ ਚਰਿੱਤਰ ਹੇਠ ਲਿਖੇ ਪੱਖ ਉੱਭਰ ਕੇ ਸਾਹਮਣੇ ਆਉਂਦੇ ਹਨ। ਨੌਕਰੀ ਪੇਸ਼ਾ, ਆਪਣੇ ਅਹੁਦੇ ਦਾ ਰੋਹਬ ਰੱਖਣ ਵਾਲਾ, ਫਾਲਤੂ ਖਰਚਾ ਕਰਨ ਦੇ ਖਿਲਾਫ। ਉਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 10, ਕਰਮ ਸਿੰਘ ਦਾ ਪਾਤਰ ਚਿਤਰਣ। ਕਰਮ ਸਿੰਘ ਆਪਣਾ ਆਪਣਾ ਹਿੱਸਾ ਕਹਾਣੀ ਦਾ ਪਾਤਰ ਹੈ। ਉਹ ਬਿਸ਼ਨ ਸਿੰਘ ਦਾ ਪੁੱਤਰ ਹੈ। ਉਹ ਸਵਰਨ ਸਿੰਘ ਤੋਂ ਛੋਟਾ ਹੈ ਤੇ ਕੁੱਦੂ ਤੋਂ ਵੱਡਾ ਭਰਾ ਹੈ ਤੇ ਉਸ ਦੀ ਇੱਕ ਭੈਣ ਵੀ ਹੈ। ਇਸ ਕਹਾਣੀ ਵਿੱਚ ਉਸ ਦੇ ਚਰਿੱਤਰ ਹੇਠ ਲਿਖੇ ਪੱਖ ਸਾਹਮਣੇ ਆਉਂਦੇ ਹਨ। ਪਹਿਲਾ ਹੈ ਬਲੈਕੀਆ, ਦੂਜਾ ਹੈ ਪੈਸੇ ਦੀ ਖੁੱਲ੍ਹ ਕਰਨ ਵਾਲਾ। ਇਹ ਸੀ ਆਪਣਾ ਪਾਠ, ਆਪਣਾ ਆਪਣਾ ਹਿੱਸਾ। ਮੁੱਖ ਪਾਤਰ ਹਨ ਕੁੱਦੂ, ਜਿਹੜਾ ਮੁੱਖ ਪਾਤਰ ਹੈ ਇਸ ਕਹਾਣੀ ਦਾ ਕੁੱਦੂ, ਸਵਰਨ ਸਿੰਘ, ਕਰਮ ਸਿੰਘ। ਕੁੱਦੂ ਦੇ ਅਮੀਰ ਭਰਾ ਹਨ, ਬਿਸ਼ਨਾ ਕੁੱਦੂ ਦਾ, ਸਵਰਨ ਦਾ,
ਕਰਮ ਸਿਉ ਦਾ ਇਹਨਾਂ ਤਿੰਨਾਂ ਦਾ ਪਿਓ ਹੈ। ਬਚਨੋਂ ਇਹਨਾਂ ਤਿੰਨਾਂ ਦੀ ਭੈਣ ਹੈ। ਇਹ ਸਨ ਆਪਣਾ ਆਪਣਾ ਹਿੱਸਾ ਕਹਾਣੀ ਦੇ ਮੁੱਖ ਪਾਤਰ, ਉਹਨਾਂ ਦੀ ਪਾਤਰ ਉਸਾਰੀ ਅਤੇ ਉਹਨਾਂ ਦੇ ਪ੍ਰਸ਼ਨ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਨ ਦਾ ਜ਼ਰੂਰ ਕਸ਼ਟ ਕਰਨਾ। ਧੰਨਵਾਦ ਜੀ।